अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਮੇਰੇ ਕਿਸਾਨ ਵੀਰ ਭਰਾਓ, ਗਰਮੀਆਂ ਆ ਗਈਆਂ ਨੇ ਮਾਸ਼ਾਅੱਲਾ ਤੇ ਸੀਜ਼ਨ ਆਉਂਦਾ ਪਿਆ ਮੁੰਜੀ ਦਾ ਵੀ ਤੇ ਦਾਹੀਂ ਲੱਗਣੇ ਨੇ ਜਨਾਬ ਤੇ ਲੋਕਾਂ ਨੂੰ ਪਾਣੀ ਦੀ ਜ਼ਰੂਰਤ ਹੋਣੀ ਹੈ ਤੇ ਬਿਜਲੀ ਦੇ ਬਿੱਲ ਉਹ ਅਖੀਰ ਕੀਤੀ ਖੜੇ ਨੇ ਤੇ ਡੀਜ਼ਲ ਆਏ ਦਿਨ ਮਹਿੰਗਾ ਹੁੰਦਾ ਪਿਆ ਤੇ ਹੁਣ ਮੁੜ ਪੁੱਛ ਪੈਂਦੀ ਪਈ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਪਾਕਿਸਤਾਨ ਜਿਹੜਾ ਨਾ IMF ਨਾਲ ਵਾਅਦਾ ਵੂਦਾ ਕਰਦਾ ਪਿਆ ਤੇ ਕੋਈ ਕਰਜ਼ਾ ਵਗੈਰਾ ਲੈਂਦਾ ਪਿਆ ਹੈ ਤੇ ਜੇਕਰ ਕਰਜ਼ਾ ਢੀ ਜਾਂਦਾ ਹੈ ਤੇ ਫਿਰ ਚੀਜ਼ਾਂ ਸਸਤੀਆਂ ਹੋਣ ਦੀ ਬਜਾਏ ਬਿਜਲੀ ਵੀ ਮਹਿੰਗੀ ਹੋਵੇਗੀ, ਡੀਜ਼ਲ ਵੀ ਮਹਿੰਗਾ ਹੋਵੇਗਾ, ਹਰ ਸ਼ੈ ਮਹਿੰਗੀ ਹੋ ਜਾਣੀ, ਮਹਿੰਗਾਈ ਦਾ ਤੂਫਾਨ ਆ ਜਾਣਾ ਹੈ। ਤੇ ਮੇਰੇ ਨਾਲ ਮੇਰਾ ਕਜ਼ਨ ਸਲੀਮ ਭਾਈ ਤੇ ਸਲੀਮ ਨੇ ਜਨਾਬ ਪਹਿਲੇ 2 ਕਨੈਕਸ਼ਨ ਲਗਵਾਏ ਨੇ ਸੋਲਰ ਟਿਊਬਲ ਦੇ ਤੇ ਹੁਣ ਆ ਲਗਵਾਇਆ ਤੀਸਰਾ। ਤੇ ਇਸ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਪਾਣੀ ਦਾ ਥੋੜਾ ਸੀ ਤੇ ਹੁਣ ਉਹਨਾਂ ਪਾਣੀ ਦਾ ਪੂਰਾ ਕੀਤਾ ਹੈ, ਉਹ ਕਿੰਜ ਪੂਰਾ ਹੋਇਆ ਹੈ। ਤੇ ਜਿਨ੍ਹਾਂ ਦੋਸਤਾਂ ਨੇ ਨਵਾਂ ਸੋਲਰ ਟਿਊਬਲ ਲਗਵਾਉਣਾ ਹੈ ਉਹਨਾਂ ਨੂੰ ਕਿਹੜੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਨੇ ਜਿਹਦੇ ਵਿੱਚ ਉਹਨਾਂ ਦੇ ਪੈਸਿਆਂ ਦੀ ਜ਼ਿਆਦਾ ਬਚਤ ਹੋਵੇ। ਤੇ ਆਓ ਸਲੀਮ ਭਾਈ ਨਾਲ ਆਪ ਬੀਤੀਆਂ ਸੁਣਨੇ ਆ ਜਨਾਬ ਤੀਸਰੇ ਕਨੈਕਸ਼ਨ ਤੇ ਉਹਨਾਂ ਨੂੰ ਕੀ ਪਤਾ ਲੱਗਾ ਵੀ ਸੋਲਰ ਪਲੇਟਾਂ ਜਾਂ ਇਨਵਰਟਰ ਜਾਂ ਜਿਹੜੀ ਮੋਟਰ ਹੈ ਉਹ ਕਿੱਥੋਂ ਲੈਣੀ ਚਾਹੀਦੀ ਹੈ ਤੇ ਤੁਸੀਂ ਆਪਣੇ ਜਿਹੜੇ ਨੇ ਕੀਮਤੀ ਪੈਸੇ ਕਿਵੇਂ ਬਚਾ ਸਕਦੇ ਹੋ। ਆਓ ਚਲਿਏ ਸਲੀਮ ਭਾਈ ਨਾਲ ਗੱਲਬਾਤ ਕਰੀਏ। ਜੀ अस्सलाम वालेकुम सलीम भाई, मुबारक होवे। पिछली वीडियो आप बनाई सी ते पानी थोड़ा हैगा सी ते तुसां आख्या सी भी हुण समझ नहीं आती भी प्लेटां 'च प्रॉब्लम है या पानी डूंगा हो गया है या मोटर 'च प्रॉब्लम है ते अज पानी माशाल्लाह वधिया निकलदा पिया है। ये दसो भी ये काम कित्थों फाल्ट निकलिया ते अपना पानी किवें ठीक होया ते फिर बाकी गल अगे करांगे। ये जी मोटर बदली है आपा तो पानी ठीक हो गया है। पहले 10 की मोटर हैगी है ते पानी 20 फुट खूह है तो उनके तो भी थले 12 ते 14 फुट पानी डूंगा खड़ा है। मोटर 15 की लिया तो लाई हैगी तो पानी ठीक हो ਜ਼ਬਰਦਸਤ। ਅੱਛਾ ਹੁਣ ਮੈਨੂੰ ਇਹ ਦੱਸੋ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਜ਼ਿਮੀਂਦਾਰਾਂ ਨੂੰ ਦੱਸਣਾ ਚਾਹੁੰਦੇ ਹੋ ਬਈ ਜਦੋਂ ਵੀ ਕੋਈ ਟਿਊਬਲ ਲਗਵਾਉਂਦਾ ਹੈ, ਕਿਉਂ ਹੁਣ ਮਜਬੂਰੀ ਹੈ ਲਵਾਉਣਾ ਹੀ ਹੈ, ਸੋਲਰ ਤੇ ਕਨਵਰਟ ਹੋਣਾ ਹੀ ਹੋਣਾ ਹੈ ਤੇ ਵੀ ਉਹਦੇ ਨਾਲ ਤੁਹਾਡੀ ਆਪ ਬੀਤੀ ਸੁਣ ਤੇ ਕੁਝ ਸਾਡੇ ਦੋਸਤਾਂ ਦਾ ਜਾਂ ਸਾਡਾ ਫਾਇਦਾ ਹੋ ਜਾਵੇ। असी ना जी पहले 2 कनैक्शन लगवाए ने, एक नदीम असलम वट्टू का जी, वो भी इवें है भी असी उन्होंने मुट्टा मार लिया कि तुसी सब कुछ करना है। अच्छा ते उन्हें आखा जी ठीक है इन्ने पैसे बन सन, असी आखा जी साडा तलक वास्ता असी उन्होंने पैसे दिते वो आ ते ला गए कनेक्शन लगा दे। उस तो बाद जी असी एक उधर हैंड ते लवाया है वो भी इवें कीता। अच्छा ते असी आखा जी वो भजिए किराए सरे लग सन भी मार्केट छाणिए हाँ जी ਤੇ ਜ਼ਿਆਦਾ ਖਰਚਾ ਆ ਸੀ ਤਾਂ बचत गढ़दे होया ते खर्चा ज़्यादा आसी। तीसरी दफ़ा भी इवें ही गए मोटर लियांदी वो तो सानू शुक्र करने भी पानी नहीं अगू पूरा होया तो मोटर चेंज करन दी वजह नाल सानू पता लगा भी इहदे विच की रोला है। अच्छा एक मिनट, ये ਜਿਹੜੇ 2 ਸਾਡੇ ਪਹਿਲੇ ਤੇ ਤੀਸਰਾ ਲਗਵਾਇਆ ਇਹ ਕਿਹੜੇ ਸ਼ਹਿਰੋਂ ਲਗਵਾਇਆ ਤੇ ਉਹਨਾਂ ਦਾ ਕੋਈ ਨਾਮ ਪਤਾ? ਰਾਏ ਅਜ਼ਹਰ ਹੈਗਾ ਜੀ ਉਹਦੇ ਕੋਲ ਲਗਾਇਆ। ਅੱਛਾ ਉਹਦੇ ਤੇ ਤੁਹਾਨੂੰ ਕਾਫੀ ਇਤਮਾਦ ਸੀ? ਇਤਮਾਦ ਸੀ ਹਾਂ ਜੀ ਬਿਲਕੁਲ ਠੀਕ ਹੋ ਗਿਆ। ਹੁਣ ਮੋਟਰ ਅਸੀਂ ਜੀ ਉਹਨਾਂ ਆਖਿਆ ਜੀ 10 ਦੀ ਮੋਟਰ ਲੈ ਜਾਓ, ਅਗਰ ਨਾ ਸਹੀ ਚੱਲੇ ਤੁਸੀਂ ਵਾਪਸ ਕਰਤੇ ਬਦਲ ਜਾਵੇ ਨੇ। ਅਸੀਂ ਬਦਲਣ ਗਏ, ਉਹਨਾਂ ਆਖਿਆ ਜੀ 15 ਦੀ ਮੋਟਰ ਦੇਵਾਂਗੇ 1,75,000। ਸਾਡੇ ਨਾਲ ਮਿਸਤਰੀ ਲੈ ਗਿਆ ਸੀ ਉਹ ਸਾਡੀ ਮੋਟਰਾਂ ਵੈਂਡ ਕਰਦਾ, ਉਹਨੇ ਆਖਿਆ ਵੀ ਚਲੋ ਮੈਂ ਚੱਲਦਾ ਰਹਿੰਦਾ। ਉਹਨੇ ਮੋ ਰਾਬਤਾ ਕੀਤਾ ਹਵੇਲੀ, ਉਹਨਾਂ ਆਖਿਆ ਜੀ ਅਸੀਂ 15 ਦੀ ਮੋਟਰ ਦੇਵਾਂਗੇ ਦੂਸਰਾ 1,40,000। ਅਸੀਂ ਆਖਿਆ ਜੀ 35,000 ਦਾ ਫਰਕ, ਅਸੀਂ ਹਵੇਲੀ ਆ ਗਏ। ਉੱਥੋਂ ਆ ਤੇ ਮੋਟਰ ਲਈ ਹੈ ਇਹ ਲਾਈ ਹੈ ਮੁੜ ਜਨਾਬ ਆਪਣਾ ਲਾਹੌਰ ਗਏ ਬਖਤਿਆਰ ਹੈ ਉਹ ਸਾਹਮਣੇ ਬੈਠਾ ਜੀ ਮੇਰਾ ਚਾਚਾ ਹੀ ਆ ਮੁਆਇਨਾ ਕਰਦਾ ਪਿਆ। ਉਹਨੇ ਘਰ ਦਾ ਸਿਸਟਮ ਲਗਵਾਉਣਾ ਆ, ਉੱਥੇ ਗਏ ਜੀ ਉੱਥੇ ਪਤਾ ਲੱਗਾ ਜੀ ਉਹ ਇਨਵਰਟਰ ਸਾਡੇ ਨਾਲ ਦਾ ਪਿਆ ਸੀ ਯਾਰ ਇਹ ਕਿੰਨੇ ਦਾ, ਉਹਨਾਂ ਦਾ 45,000 ਦਾ ਇਹ ਤੂੰ ਆਪਾਂ 60 ਦਾ 60,000 ਦਾ ਮਿਲਿਆ। ਉਹ ਅਸੀਂ ਯਾਰ ਬੜਾ ਫਰਕ। ਮੁੜ ਤਾਰ ਦਾ ਬਾਰੇ ਪੁੱਛਿਆ, ਤਾਰ ਇਹ ਤੋਂ ਸਾਨੂੰ ਮਿਲੀ 2 ਲੱਖ ਤੇ 220 ਰੁਪਏ 220 ਰੁਪਏ ਦੀ ਗਾਜ਼ ਹਾਂਜੀ ਜਾਂ ਫੁੱਟ ਗਾਜ਼। ਅੱਛਾ ਗਾਜ਼ ਹੀ ਹੋਣੀ ਹੈ ਜੀ ਠੀਕ, ਜਿਹੜੀ ਮਤਲਬ ਇਨਵਰਟਰ ਤੋਂ ਲੈ ਕੇ ਖੂਹ ਤੱਕ ਆਉਂਦੀ। ਇਨਵਰਟਰ ਤੋਂ ਲੈ ਕੇ ਖੂਹ ਤੱਕ। ਅੱਛਾ ਉਹ ਉਹਨਾਂ ਦਾ ਸੀ ਜੀ 140 ਰੁਪਏ। ਤੇ ਤਾਂ ਹੀ ਹੁਣ ਇਸ ਵਜ੍ਹਾ ਤੋਂ ਮੈਂ ਆਖਿਆ ਵੀ ਭਾਈ ਅਫਜ਼ਲ ਨੂੰ ਜਿਹੜਾ ਨਾ ਥੋੜਾ ਜਿਹਾ ਆਖੀਏ ਵੀ ਸਾਡੀ ਵੀਡੀਓ ਬਣਾਏ, ਵਿਰਾ ਜਿਹੜੇ ਦੂਸਰੇ ਕਿਸਾਨ ਹਨ ਉਹਨਾਂ ਨੂੰ ਪਤਾ ਚੱਲ ਮਤਲਬ ਕਿੱਥੋਂ ਮਤਲਬ ਇਹ ਦੁਕਾਨਦਾਰ ਜਿਹੜੇ ਨੇ ਪੈਸਾ ਬਚਾਉਂਦੇ ਨੇ ਜ਼ਿਮੀਂਦਾਰਾਂ ਕੋਲ। ਜ਼ਿਮੀਂਦਾਰਾਂ ਨੂੰ ਚਾਹੀਦਾ ਹੈ ਜਿੱਲੇ ਵੀ ਕੋਈ ਚੀਜ਼ ਲਵਾਉਣੀ ਟਾਈਮ ਦੀ ਬੱਚਤ ਨਾ ਕੱਢਣ, ਆਦੀ ਪੂਰੀ ਛਾਣਬੀਣ ਕਰਨ, ਜਿੱਥੋਂ ਬੱਚਤ ਆਵੇ ਉੱਥੋਂ ਚੀਜ਼ ਲਵਣ।
ਇੱਕ ਬੰਦੇ ਨੂੰ ਹੀ ਪੈਸੇ ਦੇ ਤੇ ਵਾਪਸ ਆ ਜਾਵਣ ਚ 2-4 ਲੱਖ ਦਾ ਨੁਕਸਾਨ ਹੋ ਜਾਂਦਾ। ਮਤਲਬ ਵੀ ਇਤਮਾਦ ਦਾ ਕੋਈ ਫਾਇਦਾ ਨਹੀਂ, ਇਤਮਾਦ ਕਿਸੇ ਤੇ ਨਹੀਂ ਕਰਨਾ ਚਾਹੀਦਾ ਜੀ ਇਸ ਦੌਰ ਇਹ ਸਰਮਾਇਆਦਾਰ ਜਿਹੜੇ ਹੈਗੇ ਨੇ ਕਾਰੋਬਾਰੀ, ਇਹਨਾਂ ਮਤਲਬ ਵੀ ਜ਼ਿਮੀਂਦਾਰਾਂ ਤੇ ਰਹਿਮ ਕੋਈ ਨਹੀਂ ਖਾਣਾ, ਕੋਈ ਰਹਿਮ ਨਹੀਂ ਜੀ, ਬਸ ਉਹਨਾਂ ਦਾ ਛੋੜੇ ਹੀ ਲਾਮ। ਵਰਨਾ ਉਹ ਤੀਜਾ ਕਨੈਕਸ਼ਨ ਲਗਵਾਇਆ ਹੈ। ਤੀਸਰਾ ਕਨੈਕਸ਼ਨ ਜੀ ਆਪਣੇ ਇਸ ਇਲਾਕੇ 'ਚ ਹੀ ਤਕਰੀਬਨ ਉਹਨਾਂ ਦੇ 5-7 ਕਨੈਕਸ਼ਨ ਹੋਏ ਖੜੇ ਤੇ ਉਹਨਾਂ ਮਤਲਬ ਵੀ ਬਜਾਏ ਤੇ ਵੀ ਤੁਹਾਨੂੰ ਕੋਈ ਰਿਆਇਤ ਕਰਦੇ ਹਾਂਜੀ। ਤਾਂ ਉਹਨਾਂ ਮੋਟਰ ਵੱਲੋਂ ਵੀ ਪੈਸੇ ਇਜ਼ਾਫੀ ਲਗਾ ਲਏ, ਤਾਰ ਵੱਲੋਂ ਵੀ ਲਾ ਲਏ। ਭਈਆ ਜੀ ਹੁਣ ਹਵੇਲੀ ਦਾ ਤੇ ਮਕਲੋਡਗੰਜ ਦਾ ਕਿ ਅਲੱਗ ਹੁੰਦਾ, ਐਡਾ ਵੱਡਾ ਸੈਟਅਪ ਹੈ ਤੇ ਇਹ ਇੱਕ ਅਬਦਲ ਗਫਾਰ ਕੇ ਆਮ ਦੁਕਾਨ ਜਿਨ੍ਹਾਂ ਦੇ ਦੂਸਰਾ ਛੋਟਾ ਪੰਪ, setup। ਛੋਟਾ ਸੈਟਅਪ ਹੈ ਪੀਟਰਾਂ ਵਾਲਾ ਹੈ ਜਾਂ ਉਹਨਾਂ ਲਿਆਦ ਰੱਖੀ ਆਪਾਂ ਨੂੰ ਉਹਨਾਂ ਇੰਨੀ ਬੱਚਤ ਨਾਲ ਮੋਟਰ ਦਿੱਤੀ ਹੈ। ਤੇ ਅਗਰ ਆਪਾਂ ਲਾਹੌਰ ਜਾਂਦੇ ਹੈਗੇ ਆ ਤਾਂ ਲਾਹੌਰੋਂ ਇਹੋ ਮੋਟਰ 1,15,000 ਦੀ ਸਾਨੂੰ ਕੁਝ ਪਤਾ ਲੱਗਾ ਹੈ ਜੀ, 1,15,000 ਦੀ 15 ਦੀ ਮੋਟਰ ਫੁੱਲ HD ਜਿਹੜੀ ਉਹ ਫੁੱਲ ਆਸ ਪਾਵਰ ਹੁੰਦੀ ਹੈ, ਉਹ ਮੋਟਰ ਉਹਨਾਂ ਆਖਿਆ ਜੀ 1,15,000 ਦੀ ਦੇਵਾਂਗੇ। ਮਤਲਬ ਵੀ ਤੁਹਾਡਾ ਕਹਿਣ ਦਾ ਮਕਸਦ ਇਹ ਹੈ ਵੀ ਜਿਹੜੇ ਪੈਨਲ ਹੈਗੇ ਨੇ ਉਹ ਸੋਸ਼ਲ ਮੀਡੀਆ ਤੇ ਹਰ ਬੰਦੇ ਨੂੰ ਪਤਾ ਲੱਗ ਗਿਆ ਵੀ ਰੇਟ ਇੰਨਾ ਚੱਲਦਾ ਪਿਆ ਹੈ। ਕਦ ਯਾਰ ਰੇਟ ਜ਼ਿਆਦਾ ਹੁੰਦਾ ਹੈ, ਘਾਟ ਹੁੰਦਾ ਹੈ, ਉਹ ਫੇਸਬੁੱਕ ਤੇ YouTube ਤੇ ਛੱਡ ਦਿੰਦੇ ਜੀ ਆ ਰੇਟ ਵਧ ਗਿਆ ਘਟ ਗਿਆ। ਅਸਲ ਬੱਚਤ ਉਹ ਇਹ ਇਨਵਰਟਰ ਤਾਰ ਤੇ ਮੋਟਰ ਵਿੱਚੋਂ ਲੈ ਰਿਹਾ ਹੈ। ਮਤਲਬ ਵੀ ਹੁਣ ਜਿਹੜੇ ਹੈਗਾ ਪੈਨਲ ਆਪਾਂ 49 ਨੂੰ ਲਏ ਨੇ ਤਾਂ ਹੁਣ ਕਿੰਨੇ ਕੀ ਹਿਸਾਬ ਚੱਲਦੇ ਪਏ ਨੇ? 49 ਲੈ ਨੂੰ ਹੁਣ ਚੱਲਦੇ ਪਏ 42 ਰੁਪਏ, ਲੌਂਜੀ 42 ਰੁਪਏ, 42 ਰੁਪਏ ਪਰ ਵਾਟ ਚੱਲਦੇ ਪਏ। ਮਤਲਬ ਇੱਕ ਤਾਂ ਆਪਾਂ ਨੂੰ ਅਗਰ ਘਟ ਗਈਆਂ ਤੇ ਇਹ ਵੀ ਕੋਈ ਲੱਖ ਦਾ ਡੂਢ ਦਾ ਨੁਕਸਾਨ ਹੋ ਗਿਆ, ਆਪਾਂ 49 ਪੇ ਕੀਤਾ ਹੈ। ਤੇ ਚਲੋ ਇਹ ਤਾਂ ਇੱਕ ਅਲੱਗਾ ਗੱਲ ਹੈ, ਲੇਕਿਨ ਜਿਹੜੇ ਇਜ਼ਾਫੀ ਚਾਰजेस ਕਰਦੇ ਹੈਗੇ ਨੇ ਜਿਸ ਤਰੀਕੇ ਮੋਟਰ ਵੱਲੋਂ, ਤਾਰ ਵੱਲੋਂ ਔਰ ਇਨਵਰਟਰ ਵੱਲੋਂ, ਮੇਰਾ ਖਿਆਲ ਉਧਰੋਂ ਰਹਿਮ ਕਰਨਾ ਚਾਹੀਦਾ ਨੇ, ਉਹ ਜਾਇਜ਼ ਮੁਨਾਸਬ ਲੈਣੇ ਚਾਹੀਦੇ ਨੇ। ਮੁਨਾਸਬ ਲੈਣੇ ਚਾਹੀਦੇ ਨੇ ਬਿਲਕੁਲ। ਤੇ ਚਲੋ ਠੀਕ ਹੋ ਗਿਆ। ਤੇ ਹੁਣ ਸੈਟਅਪ ਵਾਲੀ ਛੱਤ ਤੇ ਹੀ ਰੱਖਿਆ ਹੋਇਆ ਹੈ ਤੇ ਹਾਂਜੀ ਸਾਹਿਬ ਤੇ ਵਧੀਆ ਚੱਲਦਾ ਪਿਆ, ਮਾਸ਼ਾਅੱਲਾ ਨਜ਼ਰ ਆਉਂਦਾ ਪਿਆ। ਤੇ ਬਾਕੀ ਜਿੰਨੇ ਵੀ ਕਿਸਾਨ ਵੀਰ ਭਰਾ ਨੇ ਮਹਿੰਗੇ ਤੇਲ ਤੇ ਮਹਿੰਗੀਆਂ ਬਿਜਲੀਆਂ ਨੂੰ ਅੱਲਾ ਹਾਫਿਜ਼ ਆਖੋ। ਇਹ ਸੈਟਅਪ ਲਾਓ ਦਾ ਤੁਹਾਨੂੰ ਇੱਕ ਵਾਰੀ ਇਨਵਰਟਰ ਦੀ ਹਾਲਤ ਵਿਖਾਈ ਹੈ ਵੀ ਉਸ ਦਿਨ ਹੈਗਾ ਸੀ 55 ਕਰੰਟ ਦੱਸਦਾ ਪਿਆ ਸੀ ਤੇ 55 ਉਸ ਦਿਨ ਕਿਉਂ ਕਰ ਗਿਆ ਹੈ? ਕਰੰਟ ਵਧਾ ਗਿਆ ਹੈ। ਕਰੰਟ ਵਧਾਇਆ ਨੇ, ਪਾਣੀ ਮੋੜ ਵੀ ਨਹੀਂ ਪੂਰਾ ਕੀਤਾ, ਥੱਲੋਂ ਮੋਟਰ ਛੋਟੀ ਹੈ। ਅੱਛਾ, ਮੋਟਰ ਛੋਟੀ, ਕਰੰਟ ਨੇ ਮਤਲਬ ਵੀ ਪਾਣੀ ਨਾ ਵਧਾਇਆ ਤੇ ਇਹਨੂੰ ਹੁਣ ਹਟ ਕੇ ਕਰੰਟ ਵੀ ਪੂਰਾ ਕਰ ਗਏ ਨੇ। ਤੇ ਹੁਣ ਵੇਖਨੇ ਵੀ ਸੂਈ ਜਿਹੜੀ ਹੈ ਉਹ ਨੰਬਰ ਜਿਹੜੇ ਨੇ ਕਿੱਥੇ ਚੱਲਦੇ ਪਏ ਨੇ ਜੀ ਇਨਵਰਟਰ ਦੇ। ਤੇ ਆਹ ਇਨਵਰਟਰ ਹੈਗਾ ਜੀ ਤੇ ਇਹਦੇ ਨਾਲ ਦਾ ਲਾਹੌਰੂ 45,000 ਦਾ। ਹਾਂਜੀ ਇਹਦੇ ਨਾਲ ਦਾ 45,000 ਇਨਵਿਟੀ ਠੀਕ ਹੋ ਗਿਆ। ਅੱਛਾ ਕਰੋ ਜੀ 47 ਚੱਲਦਾ ਪਿਆ, 47,025 ਤੇ ਉਸ ਦਿਨ 55 ਦਾ ਕੰਮ। ਤੇ ਆ ਸਿੱਧਾ ਜਨਾਬ ਛੱਤ ਦੇ ਉੱਪਰ ਸਾਰੀਆਂ ਪਲੇਟਾਂ ਪਈਆਂ ਨੇ ਤੇ ਦੂਸਰੀ ਸਾਈਡ ਤੋਂ ਤੁਹਾਨੂੰ ਜਾ ਕੇ ਵਿਖਾਣੇ ਆ। ਤੇ ਦੋਸਤੋ ਆ ਛੱਤ ਦੇ ਉੱਪਰ 20 ਪੈਨਲ ਤੇ ਆ ਸਾਵਾਂ ਥੱਲੇ ਇਨਵਰਟਰ, ਉਹ ਜਨਾਬ ਸੋਲਰ ਟਿਊਬਲ ਚੱਲਾ ਖੜਾ ਜੀ। ਤੇ ਮੈਂ ਆਪਣੇ ਵੀਰ ਭਰਾਵਾਂ ਨੂੰ ਦੱਸਦਾ ਚੱਲਾਂ ਇਹਦੇ ਥੱਲੇ ਸਟੈਂਡ ਲੱਗ ਜਾਣ ਤਾਂ ਫਿਰ ਮਜ਼ੀਦ ਜਿਹੜੀ ਪਰਫਾਰਮੈਂਸ ਅੱਛੀ ਨਿਕਲੇਗੀ। ਤੇ ਬਾਕੀ ਜਿਸ ਤਰੀਕੇ ਸਲੀਮ ਭਾਈ ਕਹਿ ਰਹੇ ਸਨ ਵੀ ਲਾਹੌਰ ਦਾ ਤੇ ਇੱਥੋਂ ਦਾ ਮਕਲੋਡਗੰਜ ਦਾ ਹਵੇਲੀ ਲੱਖਾਂ ਨਾਲ ਫਰਕ ਹੈ ਤਾਂ ਹਵੇਲੀ ਲੱਖਾਂ ਦਾ ਲਾਹੌਰ ਨਾਲ ਕਾਫੀ ਰੇਟਾਂ ਦਾ ਫਰਕ ਹੈ। ਤੇ ਅਗਰ ਤੁਸੀਂ ਲਾਹੌਰ ਦੀ ਮਾਰਕੀਟ ਦੇ ਬਾਰੇ ਗੱਲ ਕਰੋ ਹਰ ਰੋਡ ਦੀ, ਤਾਂ ਉੱਥੇ ਵੀ ਜਨਾਬ ਅੱਲਾ ਮਾਫ ਫਰਮਾਵੇ ਬਹੁਤ ਹੀ ਕੀ ਕਹਿੰਦੇ ਹੈਗੇ ਨੇ, ਜ਼ਿਆਦਾਤਰ ਜਿਹੜੇ ਨੇ ਉਹ 2 ਨੰਬਰ ਪੈਨਲ ਵੇਚਣ ਵਾਲੇ ਹੈਗੇ ਨੇ ਤੇ ਸਮਝ ਨਹੀਂ ਆਉਂਦੀ। ਤੇ ਕੁਝ ਜਿਹੜੇ ਉੱਥੇ ਹੈਗੇ ਨੇ ਉਹ ਇਮਾਨਦਾਰ ਵੀ ਹੈਗੇ ਨੇ। ਤੇ ਮੇਰੀ ਜਿਹੜੀ ਹੈ ਨਾ ਤਜਰਬੇ 'ਚ ਗੱਲ ਨਿਕਲੀ ਹੋਈ ਉਹ ਇਹ ਹੈ ਦੋਸਤੋ, ਕੋਸ਼ਿਸ਼ ਕਰੋ ਜਦੋਂ ਵੀ ਤੁਸੀਂ ਇਸ ਤਰ੍ਹਾਂ ਦਾ ਸੈਟਅਪ ਲਗਵਾਉਣਾ ਹੋਵੇ ਕਿਸੇ ਮੇਨ ਡੀਲਰ ਤੋਂ, ਜਿਸ ਤਰੀਕੇ ਹੋਂਡਾ ਮੋਟਰਸਾਈਕਲ ਦਾ ਕੋਈ ਮੇਨ ਡੀਲਰ ਹੁੰਦਾ ਹੈ ਜਾਂ ਟੋਯੋਟਾ ਕਰੋਲਾ ਕਾਰ ਦਾ ਕੋਈ ਮੇਨ ਡੀਲਰ ਹੁੰਦਾ ਹੈ, ਕਿਸੇ ਮੇਨ ਡੀਲਰ ਨਾਲ ਰਾਬਤਾ ਕਰਨਾ ਹੈ ਤਾਂ ਕਿ ਤੁਹਾਨੂੰ ਪੈਨਲ ਜਿਹੜੇ ਨੇ 1 ਨੰਬਰ ਮਿਲਣ ਤੇ ਵਾਰੰਟੀ ਵਾਲੇ ਮਿਲਣ। ਤੇ ਬਾਕੀ ਮੋਟਰਾਂ ਜਿਹੜੀਆਂ ਹੈਗੀਆਂ ਨੇ ਇਹਨਾਂ ਦਾ ਰੇਟ ਜਾਂ ਤਾਰਾਂ ਦਾ ਰੇਟ ਇਹ ਤੁਸੀਂ ਲਾਜ਼ਮੀ ਸੱਜੇ ਖੱਬੇ ਪਤਾ ਕਰਕੇ ਫਿਰ ਸੌਦਾ ਕਰਨਾ ਹੈ। ਇਹ ਨਹੀਂ ਹੋਣਾ ਇਤਮਾਦ ਤੇ ਜਿਸ ਤਰੀਕੇ ਉਹਨਾਂ ਨੇ 2 ਕਨੈਕਸ਼ਨ ਅੱਗੇ ਲਗਵਾਏ ਨੇ, ਤੀਸਰਾ ਲਗਵਾਇਆ ਹੈ ਮਕਲੋਡਗੰਜ ਉੱਤੇ 3 ਵਾਰੀ, ਮਤਲਬ ਇੱਕ ਬੰਦੇ ਕੋ ਲਗਵਾਉਂਦੇ ਨੇ ਤੇ ਉਹੀ ਬੰਦਾ ਜਿਹੜਾ ਹੈ ਨਾ ਉਹਨਾਂ ਨੂੰ 2-3 ਚੀਜ਼ਾਂ ਜਿਹੜੀਆਂ ਨੇ ਪੈਨਲ ਦਾ ਤਾਂ ਹਰੇ ਬੰਦੇ ਨੂੰ ਰੇਟ ਹੈਗਾ, ਸੀ ਰੇਟ ਦਾ ਪਤਾ ਵੀ ਇੰਨਾ ਰੇਟ ਚੱਲਦਾ ਪਿਆ। ਤੇ ਬਾਕੀ ਜਿਹੜੀਆਂ ਤਾਰ ਇਨਵਰਟਰ ਤੇ ਮੋਟਰ ਦੇ ਵਿੱਚ ਕਮ ਤੋਂ 1,50,000 ਦਾ ਜਿਹੜਾ ਉਹ ਕਹਿੰਦੇ ਪਏ ਨੇ ਫਰਕ ਆ ਗਿਆ ਹੈ। ਤੇ ਇਹਨਾਂ ਫਰਕ ਨਹੀਂ ਹੋਣਾ ਚਾਹੀਦਾ ਕਿਉਂਕਿ ਜ਼ਮੀਂਦਾਰ ਤਾਂ ਜਿਹੜਾ ਹੈ ਨਾ ਪਹਿਲੇ ਹੀ ਮਹਿੰਗਾਈ ਦੇ ਇੱਥੋਂ ਮਾਰਾ ਪਿਆ ਹੈ। ਤੇ ਅੱਲਾਹ ਤਾਲਾ ਸਾਰੇ ਦੁਕਾਨਦਾਰਾਂ ਨੂੰ ਈਮਾਨ ਦੇਵੇ ਤੇ ਉਹ ਵੀ ਥੋੜ੍ਹਾ ਜਿਹਾ ਅਹਿਸਾਸ ਕਰਨ ਵੀ ਕਿਉਂਕਿ ਕਿਸਾਨ ਜਿਹੜਾ ਉਹ ਜ਼ਰਾਇਤ ਕਰਦਾ ਹੈ ਤੇ ਜਿਹਦੇ ਵਿੱਚ ਕਣਕ ਉਗਾਉਂਦਾ, ਚਾਵਲ ਉਗਾਉਂਦਾ ਹੈ ਤੇ ਫਿਰ ਮੇਰਾ ਖਿਆਲ ਹੈ ਵੀ ਉਹ ਆਟਾ ਤੁਸੀਂ ਖਾਂਦੇ ਹੋ ਲੋਕ। ਤੇ ਅਗਰ ਜ਼ਮੀਂਦਾਰ ਹੈਗਾ ਹੈ, ਕਿਸਾਨ ਹੈਗਾ ਹੈ ਤੇ ਫਿਰ ਰੋਟੀ ਵੀ ਹੈ। ਜੇ ਅਗਰ
ਕਿਸਾਨ ਨੂੰ ਤੁਸੀਂ ਹਰ ਪਾਸੋਂ ਇੱਕ ਹਕੂਮਤ ਵਾਲੀ ਸਾਈਡ ਤੋਂ ਕੋਈ ਕਿਸਾਨਾਂ ਨੂੰ ਖਾਸ ਰਿਲੀਫ ਨਹੀਂ ਹੈਗਾ। ਉਧਰ ਖਾਦ ਮਾਫੀਆ ਲੁੱਟਦਾ ਪਿਆ ਹੈ, ਇੱਧਰ ਹੁਣ ਆ ਜਾਵਣ ਸੋਲਰ ਮਾਫੀਆ ਲੁੱਟਣ ਲੱਗ ਪਵਣ, ਤੇ ਕਿਸਾਨ ਕਿਹੜੇ ਪਾਸੇ ਜਾਸੀ। ਤੇ ਅੱਲਾਹ ਤਾਲਾ ਜੀ ਇਹਨਾਂ ਨੂੰ ਹਿਦਾਇਤ ਦੇਵੇ ਤੇ ਸਾਨੂੰ ਵੀ ਥੋੜ੍ਹਾ ਜਿਹਾ ਨਾ ਅੱਲਾਹ ਤਾਲਾ ਸ਼ਊਰ ਦੇਵੇ ਤੇ ਅਸੀਂ ਵੀ ਥੋੜ੍ਹਾ ਜਿਹਾ ਦਾएं ਬਾएं ਸੱਜੇ ਖੱਬੇ ਪਤਾ ਕਰਕੇ ਉੱਥੋਂ ਚੀਜ਼ਾਂ ਖਰੀਦੀਏ ਜਿੱਥੋਂ ਮਤਲਬ ਵੀ ਨਾ ਸਾਡੇ ਨਾਲ ਕੋਈ ਠੱਗੀ ਫਰੇਬ ਨਾ ਹੋਵੇ। ਤੇ ਬਾਕੀ ਮੇਰਾ ਖਿਆਲ ਹੈ ਵੀ ਸਾਰੇ ਦੁਕਾਨਦਾਰਾਂ ਨੂੰ ਵੀ ਚਾਹੀਦਾ ਵੀ ਕਿਸਾਨਾਂ ਤੇ ਰਹਿਮ ਕਰਨ। ਤੇ ਅਗਰ ਇਤਮਾਦ ਤੁਹਾਡਾ ਕਿਸੇ ਜਗ੍ਹਾ ਤੇ ਬਣ ਗਿਆ ਤਾਂ ਆਪਣੇ ਇਤਮਾਦ ਨੂੰ ਬਾਹਰ ਰੱਖੋ। ਇਹ ਨਾ ਹੋਵੇ ਵੀ 100 ਰੁਪਏ ਦੀ ਚੀਜ਼ ਹੈ ਤੇ ਤੁਹਾਡੇ ਕੋਲ ਇੱਕ ਬੰਦਾ ਇਤਮਾਦ 'ਚ ਲੈ ਜਾਂਦਾ ਪਿਆ ਤੇ ਉਸ ਬੰਦੇ ਨੂੰ ਤੁਸੀਂ 200 ਦੀ ਦੇ ਦਿਓ ਤੇ ਫਿਰ ਮੇਰਾ ਖਿਆਲ ਕਿਸਾਨਾਂ ਨਾਲ ਜ਼ਿਆਦਤੀ ਹੈ। ਤੇ ਹੁਣ ਮੈਨੂੰ ਦਿਓ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।